ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ। ਇਹ ਸ਼ਬਦ ਸ੍ਰੀ ਪਾਤਸ਼ਾਹ ਭਗਤ ਬੇਣੀ ਜੀ ਦਾ ਉਚਾਰਨ ਕੀਤਾ ਹੋਇਆ, ਜਿਸ ਦੀ ਵਿਚਾਰ ਆਪਾਂ ਗੁਰ ਕਿਰਪਾ ਦੁਆਰਾ ਕਰਾਂਗੇ। ਪਹਿਰਿਆਂ ਕੈ ਘਰ ਗਾਵਣਾ ਇੱਕ ਗਾਉਣ ਦੀ ਚਾਲ ਹੁੰਦੀ ਹੈ। ਹਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਜਦੋਂ ਪ੍ਰਾਤਮਾ ਦਾ ਧਿਆਨ ਜਿਹੜਾ ਆਤਮ ਹੈ, ਜਿਸ ਨੂੰ ਨਰ ਆਖਿਆ ਗਿਆ, ਉਹ ਗਰਭ ਦੇ ਵਿੱਚ ਆਉਂਦੀ ਹੈ ਤਾਂ ਗਰਭ ਦੇ ਅੰਦਰ ਆ ਕੇ ਉਸ ਦਾ ਜਿਹੜਾ ਧਿਆਨ ਹੈ ਉਹ ਉਰਦ ਧਿਆਨ ਹੁੰਦਾ ਹੈ। ਉਰਦ ਧਿਆਨ ਤੋਂ ਭਾਵ ਹੁੰਦਾ ਧਿਆਨ ਪੁੱਠਾ ਹੁੰਦਾ ਹੈ। ਮਾਤਾ ਦੇ ਗਰਭ ਦੇ ਅੰਦਰ ਆ ਕੇ ਆਤਮਾ ਜਿਹੜੀ ਉਹ ਸਰੀਰ ਬਣਾਉਂਦੀ ਹੈ। ਸਰੀਰ ਦੇ ਨਾਲ ਉਹਦਾ ਧਿਆਨ ਜੁੜ ਜਾਂਦਾ ਹੈ। ਉਹਦੀ ਲਿਵ ਲੱਗੀ ਰਹਿੰਦੀ ਹੈ ਕਿ ਮੇਰਾ ਸਰੀਰ ਬਣੇ ਤੇ ਸਰੀਰ ਬਣਾ ਕੇ ਮੈਂ ਮਾਤਾ ਦੇ ਗਰਭ ਚੋਂ ਬਾਹਰ ਜਾਵਾਂ ਤੇ ਗਿਆਨ ਇੰਦਰੀਆਂ ਦੁਆਰਾ ਉਸ ਗਿਆਨ ਨੂੰ ਪ੍ਰਾਪਤ ਕਰਾਂ ਤੇ ਵਾਪਸ ਆਪਣੇ ਘਰ ਵਾਪਸ ਹੋਵਾਂ। ਹਰੇ ਨਰ ਗਰਭ ਕੁੰਡਲ ਜਬ ਆਛਤ। ਪਾਤਸ਼ਾਹ ਕਹਿੰਦੇ ਵੀ ਜਦੋਂ ਜੀਵ ਇਸ ਗਰਭ ਕੁੰਡਲ ਵਿੱਚ ਆਉਂਦਾ ਹੈ ਤਾਂ ਉਹਦਾ ਜਿਹੜਾ ਧਿਆਨ ਹੈ, ਉਰਦ ਧਿਆਨ ਲਿਵ ਲਾਗਾ, ਉਹਦਾ ਧਿਆਨ ਪੁੱਠਾ ਧਿਆਨ ਹੁੰਦਾ ਹੈ। ਉਹ ਮਾਇਆ ਨਾਲ ਜੁੜਦਾ ਹੈ ਉਹ ਸਤ ਸਰੂਪ, ਜੁੜ ਮਾਇਆ ਨਾ ਰਿਹਾ। ਮਿਰਤਕ ਪਿੰਡ ਪਦ ਮਦ ਨਾ ਅਹਨਸ ਏਕ ਅਗਿਆਨ ਸੁਨਾਗਾ। ਆ ਮਿਰਤਕ ਪਿੰਡ ਹੈ, ਆ ਜਿਹੜਾ ਸਰੀਰ ਹੈ ਇਹ ਮਿਰਤਕ ਹੈ, ਇਹ ਇੱਕ ਪਦਵੀ ਹੈ। ਮਦ ਨਾ, ਪਰ ਜਦੋਂ ਇਸ ਸਰੀਰ ਨਾਲ ਮਾਤਾ ਦੇ ਗਰਭ 'ਚ ਜੁੜਦਾ ਤਾਂ ਉਦੋਂ ਇਹਦੇ ਅੰਦਰ ਕੋਈ ਹੰਕਾਰ ਨਹੀਂ ਹੁੰਦਾ, ਸਗੋਂ ਖੁਸ਼ੀ ਹੁੰਦੀ ਹੈ ਵੀ ਇਹ ਸਰੀਰ ਮਿਲੇ ਤੇ ਮੈਂ ਆਪਣੀ ਅਸਲੀ ਵਸਤੂ ਨੂੰ ਪ੍ਰਾਪਤ ਕਰਾਂ। ਅਹਨਸ ਏਕ ਅਗਿਆਨ ਸੁਨਾਗਾ। ਪਰ ਪਾਤਸ਼ਾਹ ਕਹਿੰਦੇ ਉਹ ਵੀ ਇੱਕ ਅਗਿਆਨ ਹੀ ਹੁੰਦਾ ਹੈ। ਉਹਨੂੰ ਇਹ ਸਮਝਦਾ ਗਿਆਨ ਹੈ, ਪਰ ਅਸਲ ਵਿੱਚ ਉਹ ਹੈ ਅਗਿਆਨ ਹੀ। ਸੋ ਨਾਗਾ, ਉੱਥੇ ਇਹਦੇ ਅੰਦਰ ਜਿਹੜਾ ਗਿਆਨ ਹੁੰਦਾ ਉਹਦਾ ਕੋਈ ਇਹਦੇ ਤੇ ਪ੍ਰਭਾਵ ਨਹੀਂ ਹੁੰਦਾ। ਇਹਨੂੰ ਉਹ ਗਿਆਨ ਵੀ ਅਗਿਆਨਤ ਹੀ ਲੱਗਦਾ ਹੈ। ਭਾਵ ਕਿ ਜਦੋਂ ਮਾਤਾ ਦੇ ਗਰਭ ਦੇ ਵਿੱਚ ਜਿਹੜੀ ਜੋਤ ਉਹ ਆਪਣਾ ਸਰੀਰ ਬਣਾਉਂਦੀ ਹੈ, ਉੱਥੇ ਜਿਹੜਾ ਗਿਆਨ ਹੁੰਦਾ ਉਹ ਅਸਲ ਵਿੱਚ ਇਹਦੇ ਲਈ ਅਗਿਆਨ ਹੀ ਹੈ। ਕਿਉਂਕਿ ਗਿਆਨ ਤਾਂ ਇਹਨੇ ਪ੍ਰਾਪਤ ਕਰਨਾ ਕਿਵੇਂ, ਸਤ ਸਰੂਪ ਆ, ਪਰ ਇਹ ਜੁੜ ਰਿਹਾ ਅਸਤ ਸਰੂਪ ਦੇ ਨਾਲ, ਅਗਿਆਨਤਾ ਦੇ ਵਸ ਪੈ ਕੇ ਉਹਦੇ ਨਾਲ ਹੀ ਇਹ ਜੁੜਿਆ ਰਹਿੰਦਾ। ਤੇ ਦਿਨ ਸੰਮਲ ਕਸ਼ਟ ਮਹਾਂ ਦੁੱਖ ਅਬ ਚਿਤ ਅਦਕ ਪਸਾਰੇ। ਤੇ ਦਿਨ ਸੰਮਲ ਕਸ਼ਟ ਮਹਾਂ ਦੁੱਖ, ਉੱਥੇ ਜਿਹੜਾ ਦੁੱਖ ਵੀ ਹੁੰਦਾ ਉਹ ਇਹਨੂੰ ਚੰਗਾ ਲੱਗਦਾ, ਸੁੱਖ ਲੱਗਦਾ। ਉੱਥੇ ਕੋਈ ਹੋਰ ਇਹਨੂੰ ਤਕਲੀਫ ਨਹੀਂ ਹੁੰਦੀ। ਅਬ ਅਦਕ ਚਿੱਤ ਜਿਹੜਾ ਉਹ ਅਦਕ ਪਸਾਰਿਆ, ਉੱਥੇ ਹੁਣ ਇਹਦਾ ਕੋਈ ਪਸਾਰਾ ਵੀ ਨਹੀਂ ਹੁੰਦਾ। ਪਰ ਜਦੋਂ ਇਹ ਮਾਤਾ ਦੇ ਗਰਭ ਚੋਂ ਬਾਹਰ ਆਉਂਦਾ ਫਿਰ ਇਹਦੇ ਚਿੱਤ ਦਾ ਪਸਾਰਾ ਵੱਧਦਾ ਹੈ। ਭਾਵ ਕਿ ਆਤਮਾ ਫਿਰ ਸੰਸਾਰ 'ਚ ਹੋਰ ਜ਼ਿਆਦਾ ਜੁੜਦੀ ਹੈ। ਫਿਰ ਇਹਦੇ ਕੋਲ ਗਿਆਨ ਇੰਦਰੀ ਹੁੰਦੇ, ਅੱਖਾਂ ਰਾਹੀਂ ਦੇਖਦਾ, ਕੰਨਾਂ ਰਾਹੀਂ ਸੁਣਦਾ, ਨਾਸਿਕਾ ਰਾਹੀਂ ਸੁਗੰਧੀ ਲੈਂਦਾ, ਮੁੱਖ ਰਾਹੀਂ ਬੋਲਦਾ, ਹੱਥ ਨਾਲ ਸਪਰਸ਼ ਕਰਦਾ, ਫਿਰ ਇਹਦਾ ਪਸਾਰਾ ਵੱਧਦਾ ਹੈ। ਗਰਭ ਛੋੜ ਮਿਰਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ। ਫਿਰ ਇਹ ਗਰਭ ਨੂੰ ਛੋੜ ਕੇ ਮਿਰਤ ਮੰਡਲ 'ਚ ਆ ਜਾਂਦਾ ਹੈ। ਆ ਜਿਹੜਾ ਸੰਸਾਰ ਹੈ, ਧਰਤੀ ਹੈ, ਮਿਰਤ ਮੰਡਲ ਹੈ, ਇਹਦੇ ਅੰਦਰ ਆ ਗਿਆ। ਜਦੋਂ ਇਹ ਸੰਸਾਰ 'ਚ ਆਉਂਦਾ ਤਾਂ ਨਰ ਨੇ ਹਰ ਨੂੰ ਮਨੋ ਵਿਸਾਰਤਾ। ਜਿਹੜਾ ਹਰੀ ਹੈ
ਆਪਣਾ ਮੂਲ ਹੈ ਨਰ ਦਾ, ਆਤਮਾ ਦਾ ਜਿਹੜਾ ਧਿਆਨ ਹੈ ਉਹ ਮਾਇਆ 'ਚ ਆ ਜਾਂਦਾ ਹੈ। ਜਦ ਕਿ ਆਤਮਾ ਨੇ ਆਪਣਾ ਧਿਆਨ ਪ੍ਰਾਤਮਾ 'ਚ ਰੱਖਣਾ ਸੀ, ਉਹ ਇਹਨੇ ਮਨੋ ਵਿਸਾਰਤਾ। ਨਾਮ ਵਿਸਾਰ, ਉਹ ਹੁਕਮ ਨੂੰ ਛੱਡਤਾ, ਲੱਗਿਆ ਲਾਲਚ, ਹੋਰ ਲਾਲਚ 'ਚ ਪੈ ਗਿਆ। ਪਾਤਸ਼ਾਹ ਕਹਿੰਦੇ ਗਰਭ ਛੋੜ ਮਿਰਤ ਮੰਡਲ ਆਇਆ, ਤੋ ਨਰ ਹਰ ਮਨੋਂ ਵਿਸਾਰਿਆ, ਵੀ ਤੂੰ ਤਾਂ ਹਰ ਨੂੰ ਹੀ ਵਿਸਾਰ ਦਿੱਤਾ। ਫਿਰ ਪੁਛਤਾਹੇਂਗਾ ਮੂੜਿਆ, ਤੂੰ ਕਬਨ ਕੁਮਤ ਭ੍ਰਮ ਲਾਗਾ। ਹੁਣ ਸਮਝਾਉਂਦੇ ਆ ਗੁਰੂ ਸਾਹਿਬ, ਕਹਿੰਦੇ ਫਿਰ ਪੁਛਤਾਹੇਂਗਾ ਮੂੜਿਆ, ਹੇ ਮੂਰਖਾ ਫਿਰ ਪਛਤਾਵਾ ਹੋਊਗਾ। ਤੂੰ ਕਬਨ ਕੁਮਤ ਭ੍ਰਮ ਲਾਗਾ, ਤੂੰ ਕਿਹੜੀ ਮਤ ਧਾਰਨ ਕਰ ਲਈ, ਕਿਹੜੇ ਭਰਮ 'ਚ ਪੈ ਗਿਆ। ਚੇਤ ਰਾਮ ਨਾਹੀ ਜਮਪੁਰ ਜਾਹੇਂਗਾ, ਜਨ ਵਿਚਰੇ ਅਨਰਾਧਾ ਰਹਾਓ। ਕਹਿੰਦੇ ਚੇਤੀ ਰਾਮ, ਕਹਿੰਦੇ ਆਪਣੇ ਰਾਮ ਦੇ ਲਈ ਚੇਤਾ ਕਰ। ਆਤਮਾ ਨੂੰ ਸਮਝਾਉਂਦੇ ਹੈ ਕਿ ਤੂੰ ਆਪਣੇ ਮੂਲ ਨੂੰ ਦੀ ਸੋਝੀ ਪ੍ਰਾਪਤ ਕਰ, ਤੂੰ ਜੋਤ ਸਰੂਪ ਹੈ। ਚੇਤੀ ਰਾਮ ਨਾਹੀ, ਉਹਦਾ ਤਾਂ ਤੂੰ ਚੇਤਾ ਹੀ ਨਹੀਂ ਕਰਦਾ। ਜੇ ਤੂੰ ਉਹਦਾ ਚੇਤਾ ਨਹੀਂ ਕਰੇਗਾ, ਜਮਪੁਰੀ ਜਾਹੇਂਗਾ, ਫਿਰ ਤੂੰ ਭਰਮ ਦੇ ਵਿੱਚ ਹੋਰ ਵੀ ਫਸਦਾ ਚਲੇ ਜਾਏਗਾ। ਜਨ ਵਿਚਰੇ ਅਨਰਾਧਾ, ਕਹਿੰਦੇ ਤੂੰ ਇਸ ਗੱਲ ਦੀ ਵਿਚਾਰ ਕਿਉਂ ਨਹੀਂ ਕਰਦਾ, ਕਿਉਂ ਬੰਧਨਾਂ ਦੇ ਵਿੱਚ ਫਸਿਆ ਪੈ ਰਿਹਾ। ਅਨਰਾਧਾ ਹੁੰਦਾ ਬੰਧਨਾਂ 'ਚ ਫਸਣਾ, ਕਿਸੇ ਮੋਹ ਦੇ ਵਿੱਚ ਫਸ ਜਾਣਾ, ਕਿਸੇ ਭਰਮ ਦੇ ਵਿੱਚ ਫਸ ਜਾਣਾ। ਰਹਾਓ ਬਾਲ ਬਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ। ਕਹਿੰਦੇ ਬਾਲ ਬੁੱਧੀ ਹੁੰਦੀ ਹੈ, ਨਿਰਮਲ ਬੁੱਧ ਹੁੰਦੀ ਹੈ। ਜਦੋਂ ਬੱਚਾ ਸੰਸਾਰ 'ਚ ਆਉਂਦਾ, ਭਗਤ ਦੀ ਵੀ ਬਾਲ ਬੁੱਧ ਹੁੰਦੀ ਹੈ, ਉਹਦੇ ਅੰਦਰ ਵਿਨੋਦ ਹੁੰਦਾ ਹੈ। ਬੱਚੇ ਦੇ ਮਨ ਦੇ ਅੰਦਰ ਕਿਸੇ ਪ੍ਰਤੀ ਕੋਈ ਰੰਜਿਸ਼ ਨਹੀਂ ਹੁੰਦੀ, ਈਰਖਾ ਨਹੀਂ ਹੁੰਦੀ, ਉਹ ਸਭ ਨੂੰ ਆਪਣੇ ਵਰਗਾ ਸਮਝਦਾ ਹੈ। ਚਿੰਦ ਰਸ ਲਾਗਾ, ਉਹਦੇ ਅੰਦਰ ਇੱਕ ਚਿੰਦ ਹੈ ਜਿਹੜੀ, ਉਹ ਰਸ ਬਣੇ ਰਹਿੰਦੇ ਨੇ। ਉਹਦਾ ਜਿਹੜਾ ਧਿਆਨ ਹੈ ਉਹ ਬਿਲਕੁਲ ਨਿਰਮਲ ਹੁੰਦਾ ਹੈ। ਪਰ ਜਿਉਂ-ਜਿਉਂ ਉਹਦਾ ਵੱਡਾ ਹੁੰਦਾ, ਧਿਆਨ ਹੋਰ ਵੱਧਦਾ, ਤਾਂ ਖਿਨ ਖਿਨ ਮੋਹ ਵਿਆਪੈ। ਕਹਿੰਦੇ ਉਹਦੇ ਅੰਦਰ ਫਿਰ ਮੋਹ ਹੋਰ ਵਧੀ ਜਾਂਦਾ। ਜਿਵੇਂ ਛੋਟਾ ਬੱਚਾ ਹੁੰਦਾ, ਉਹਦੇ ਅੰਦਰ ਮੇਰ ਤੇਰ ਨਹੀਂ ਹੁੰਦੀ। ਜਦੋਂ ਅਸੀਂ ਉਹਨੂੰ ਸਿਖਾ ਦਿੰਦੇ ਹਾਂ ਵੀ ਆਹ ਤੇਰੀ ਚੀਜ਼ ਹੈ, ਆਹ ਤੇਰੀ ਨਹੀਂ, ਆਹ ਉਹਦੀ ਹੈ, ਜਾਂ ਅਸੀਂ ਕਹਿੰਦੇ ਹਾਂ ਵੀ ਇਹ ਤੇਰੀ ਚੀਜ਼ ਖੋਹ ਕੇ ਲੈ ਗਿਆ, ਉਹਨੂੰ ਇੰਝ ਲੱਗਣ ਲੱਗ ਜਾਂਦਾ ਬੱਚੇ ਨੂੰ ਵੀ ਇਹ ਮੇਰੀ ਹੈ। ਉਹ ਰਸ ਉਹਦੇ ਅੰਦਰ ਵੱਧ ਜਾਂਦਾ, ਫਿਰ ਉਹ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਉਹ ਗੁੱਸਾ ਕਰਦਾ ਵੀ ਮੇਰੀ ਚੀਜ਼ ਕਿਉਂ ਛੇੜੀ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਸੁਰਤ ਹੈ ਸੰਸਾਰ 'ਚ ਫਸ ਜਾਂਦੀ ਹੈ। ਇਹ ਮੇਰਾ ਮੇਰਾ ਕਰਦਾ, ਮੇਰੀ ਮੇਰੀ ਕਰਤੇ ਜਨਮ ਗਾਇਓ। ਫਿਰ ਜਨਮ ਚਲੇ ਜਾਂਦਾ, ਸਰੀਰ ਮਿਲਦਾ ਰਹਿੰਦਾ, ਸਰੀਰ ਖਤਮ ਹੋ ਜਾਂਦਾ। ਇਹ ਰਸਾਂ ਦੇ ਵਿੱਚ ਆਤਮਾ ਫਸ ਜਾਂਦੀ ਹੈ। ਖਿਨ ਖਿਨ ਮੋਹ ਵਿਆਪੈ, ਇਹਨੂੰ ਵਿਆਪਦਾ, ਸਕਿੰਟ ਸਕਿੰਟ ਪਲ ਪਲ ਉਹ ਰਸ ਖਿੱਚੀ ਜਾਂਦੇ ਆ। ਜਦ ਕਿ ਗੁਰੂ ਸਾਹਿਬ ਕਹਿੰਦੇ ਮੇਰਾ ਤੇਰਾ ਛੋਡੀ ਹੈ ਭਾਈ, ਛੱਡੋ ਇਹ, ਕੁਛ ਨਹੀਂ ਇੱਥੇ ਮੇਰਾ, ਕੁਛ ਨਹੀਂ ਤੇਰਾ। ਜੋ ਹੈ ਵਰਤਣ ਵਾਸਤੇ ਦਿੱਤਾ ਹੋਇਆ ਉਹਨੂੰ ਵਰਤੋ, ਜਦੋਂ ਵਰਤ ਲਿਆ ਤਾਂ ਛੱਡ ਦਿਓ। ਹੈ ਔਖਾ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤੋ ਪੰਜ ਪ੍ਰਗਟ ਪ੍ਰਤਾਪ ਸੰਤਾਪੈ। ਫਿਰ ਪਾਤਸ਼ਾਹ ਕਹਿੰਦੇ ਕੀ ਹੁੰਦਾ ਉਸ ਰਸ ਦੇ ਵਿੱਚੋਂ, ਕੀ ਹੈ? ਰਸ ਮੇਦ, ਰਸ ਮਿਸ, ਜਿਹੜਾ ਰਸ ਹੈ ਉਹਦੇ ਵਿੱਚ ਮਿਕਸ ਹੋ ਜਾਂਦਾ। ਫਿਰ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰਾ ਕੀ ਹੈ ਤੇ ਤੇਰਾ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ। ਉਹਦੇ ਵਿੱਚ ਮੇਦ ਹੋ ਜਾਂਦਾ, ਚੰਗੇ ਮਾੜੇ ਦਾ ਪਤਾ ਹੀ ਨਹੀਂ ਲੱਗ ਜਾਂਦਾ। ਅੰਮ੍ਰਿਤ ਬਿਖ, ਅੰਮ੍ਰਿਤ ਵੀ ਉਹੀ ਚੀਜ਼ ਨੂੰ ਮੰਨੀ ਜਾਂਦਾ, ਉਹੀ ਚੀਜ਼ ਨੂੰ ਬਿਖ ਵੀ ਮੰਨੀ ਜਾਂਦਾ। ਇਹਦੇ ਲਈ ਵਿਖਿਆ ਅੰਮ੍ਰਿਤ ਇੱਕੋ ਹੀ ਹੋ ਜਾਂਦਾ, ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਅੰਮ੍ਰਿਤ ਕੀ ਹੈ, ਵਿਖਿਆ ਕੀ ਹੈ। ਬਿਖ ਚਾਖੀ, ਫਿਰ ਇਹਨੂੰ ਚੰਗੀ ਲੱਗਦੀ ਹੈ। ਤਾਂ ਉਹ ਪੰਜ ਪ੍ਰਗਟ ਸੰਤਾਪ ਹੈ। ਕਹਿੰਦੇ ਫਿਰ ਉਹਦੇ ਅੰਦਰੋਂ ਪੰਜ ਨੇ ਜਿਹੜੇ ਭਰਮ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਉਹ ਪ੍ਰਗਟ ਹੋ ਜਾਂਦੇ ਆ। ਫਿਰ ਹੋਰ ਵੱਡੇ ਤੋਂ ਵੱਡੇ ਦਾਅਵੇ ਕਰਨ ਲੱਗ ਜਾਂਦਾ, ਸੰਸਾਰ 'ਚੋਂ ਪ੍ਰਗਟ ਹੋ ਜਾਂਦੇ ਆ। ਉਹਦਾ ਸੰਤਾਪ ਭੋਗਣਾ ਪੈਂਦਾ ਹੈ ਜੀਵ ਨੂੰ। ਜਪ ਤਪ ਸੰਜਮ ਛੋੜ, ਸੋ ਕਿਰਤ ਮਤ ਰਾਮ ਨਾਮ ਨਾ ਅਰਾਧਿਆ। ਕਹਿੰਦੇ ਜਪ ਤਪ ਸੰਜਮ ਛੋੜ, ਜਿਹੜਾ ਅਸਲੀ ਜਪ ਤਪ ਸੀ ਉਹ ਛੱਡਤਾ।
ਅਸਲੀ ਜਪ ਕੀ ਹੈ? ਆਪਣੇ ਆਪੇ ਨੂੰ ਸਮਝਣਾ। ਤਪ ਕੀ ਹੈ? ਜੋ ਸਮਝ ਪ੍ਰਾਪਤ ਕੀਤੀ ਹੈ ਉਹਦੇ ਅਨੁਸਾਰ ਚੱਲਣਾ। ਸੰਜਮ ਹੁੰਦਾ ਉਹ ਚੀਜ਼ ਨੂੰ ਇਕੱਠਾ ਕਰਨਾ, ਸੋ ਕਿਰਤ ਨੂੰ ਇਕੱਠੀ ਕਰਨਾ। ਸ਼ੁੱਧ ਕਿਰਤ, ਹੁਕਮ 'ਚ ਰਹਿਣਾ, ਭਾਣੇ 'ਚ ਰਹਿਣਾ, ਇਹ ਸੁਕ੍ਰਿਤ ਹੈ। ਮਤ ਰਾਮ ਨਾਮ ਨਾ ਆਰਾਧਿਆ। ਕਹਿੰਦੇ ਮਤ ਦੇ ਅੰਦਰ, ਆਪਣੀ ਅਕਲ ਦੇ ਅੰਦਰ ਜਿਹੜਾ ਰਾਮ ਨਾਮ ਸੀ, ਰਾਮ ਬਾਰੇ ਗਿਆਨ ਲੈਣਾ ਸੀ, ਉਹਦੀ ਤਾਂ ਆਰਾਧਨਾ ਕੀਤੀ ਉਹਦੀ ਤਾਂ ਭੁੱਖ ਪੈਦਾ ਹੀ ਨਾ ਕੀਤੀ। ਜਪ ਤਪ ਕਾਹਦੇ ਵਾਸਤੇ ਕੀਤਾ? ਮਾਇਆ ਵਾਸਤੇ। ਸੰਜਮ ਕਾਹਦੇ ਵਾਸਤੇ ਕਰਦਾ? ਮਾਇਆ ਵਾਸਤੇ। ਸੁਕਿਰਤ ਛੱਡ ਕੇ ਕਿਰਤ ਫੜ ਲਈ। ਜਿਵੇਂ ਸਾਡੇ ਵੀ ਇਹ ਗੱਲ ਪ੍ਰਚਲਿਤ ਕਰ ਦਿੱਤੀ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜਦ ਕਿ ਗੁਰਬਾਣੀ 'ਚ ਕਿਰਤ ਕਰਨ ਦੀ ਆਗਿਆ ਨਹੀਂ ਹੈ। ਗੁਰਬਾਣੀ 'ਚ ਸੁਕਿਰਤ ਕਰਨ ਦੀ ਆਗਿਆ ਹੈ। ਸੁਕਿਰਤ ਹੈ ਭਾਣੇ 'ਚ ਰਹਿਣਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਤ ਨੇ ਤਾਂ ਸਾਨੂੰ ਵਿਛੋੜਿਆ। ਕਿਰਤ ਦੇ ਵਿੱਚ ਸਾਡੀ ਐਫਰਟ ਹੁੰਦੀ ਹੈ, ਸੁਕਿਰਤ ਦੇ ਵਿੱਚ ਸਾਡੀ ਐਫਰਟ ਨਹੀਂ ਹੈ। ਸੁਕਿਰਤ 'ਚ ਜੋ ਪਰਮੇਸ਼ਰ ਦਾ ਭਾਣਾ ਵਰਤਦਾ ਉਹਦੇ 'ਚ ਖੁਸ਼ ਰਹਿਣਾ ਹੁੰਦਾ ਹੈ, ਉਹਦੀ ਰਜ਼ਾ 'ਚ ਰਹਿਣਾ ਹੁੰਦਾ ਹੈ। ਉੱਥੇ ਆਪਣੇ ਆਪ ਅਸੀਂ ਕੁਛ ਨਹੀਂ ਕਰ ਸਕਦੇ। ਜਿੱਥੇ ਅਸੀਂ ਆਪਣੇ ਆਪ ਕੁਛ ਕਰਦੇ ਹਾਂ ਉੱਥੇ ਸਾਡੀ ਆਪਣੀ ਹੋਂਦ ਹੈ। ਸੋ ਪਾਤਸ਼ਾਹ ਕਹਿੰਦੇ ਜਪ ਤਪ ਸੰਜਮ ਛੋੜ ਸੁਕਿਰਤ ਮਤ ਰਾਮ ਨਾਮ ਨਾ ਆਰਾਧਿਆ। ਜਿਹੜਾ ਅਸਲੀ ਨਿਰਾਕਾਰੀ ਜਪ ਤਪ ਸੀ ਉਹ ਛੱਡਤਾ। ਜਿਹੜਾ ਸੰਸਾਰੀ ਜਪ ਤਪ ਸੀਗਾ ਉਹ ਫੜ ਲਿਆ। ਸੰਖ ਜਪ, ਸੰਖ ਤਪ, ਉਹ ਤਾਂ ਵਾਧੂ ਕਰ ਲਏ, ਸ਼ੁਰੂ ਕਰ ਲਏ, ਪਰ ਜੋ ਸੱਚਖੰਡ ਵੱਲੋਂ ਪ੍ਰਵਾਨਿਤ ਜਪ ਤਪ ਸੀ ਉਹ ਨਹੀਂ ਕੀਤਾ। ਜੇ ਉਹ ਨਹੀਂ ਕੀਤਾ ਤਾਂ ਫਿਰ ਕੀ ਹੋਇਆ? ਉਛਲਿਆ ਕਾਮ ਕਾਲ ਮਤ ਜਾਗੀ, ਤਾਂ ਆਨ ਸਖਤ ਗਲ ਬੰਦਿਆ। ਇੱਥੇ ਸ਼ਬਦ ਲਾਗੀ ਲਿਖਿਆ, ਵੈਸੇ ਜਾਗੀ ਸ਼ਬਦ ਹੈ। ਇਹ ਲੱਲੇ ਦਾ, ਜੱਜੇ ਦਾ ਲੱਲਾ ਬਣ ਗਿਆ। ਜਿਹੜੀਆਂ ਪੁਰਾਤਨ ਵੀੜਾਂ ਨੇ ਉੱਥੇ ਤੁਸੀਂ ਦੇਖੋਗੇ ਜਾ ਕੇ, ਮਤ ਜਾਗੀ ਆਊਗਾ। ਜਨਮ ਜਨਮ ਕੀ ਸੋਈ ਜਾਗੀ, ਜਾਗਦੀ ਹੈ ਮਤ, ਲੱਗਦੀ ਨਹੀਂ ਹੁੰਦੀ। ਉਛਲਿਆ ਕਾਮ, ਕਹਿੰਦੇ ਫਿਰ ਕੀ ਹੋਇਆ? ਜਦੋਂ ਅਸਲੀ ਜਪ ਤਪ ਨਹੀਂ ਕੀਤਾ ਤਾਂ ਉਛਲਿਆ ਕੀ ਕਾਮ। ਕਾਮ ਕੀ ਹੁੰਦਾ? ਇੱਛਾ। ਕਾਲ ਦੀ ਇੱਛਾ ਉੱਠ ਖੜੀ। ਕਾਲ ਕੀ ਹੈ? ਕਲਪਨਾ। ਆਪਣੇ ਵੱਲੋਂ ਖਿਆਲ ਬਣਾ ਲਿਆ, ਆਪਣੇ ਵੱਲੋਂ ਜਪ ਬਣਾ ਲਿਆ, ਆਪਣੇ ਵੱਲੋਂ ਤਪ ਬਣਾ ਲਿਆ, ਆਪਣੇ ਵੱਲੋਂ ਸੰਜਮ ਬਣਾ ਲਿਆ, ਆਪਣੇ ਵੱਲੋਂ ਕਿਰਤ ਬਣਾ ਲਈ, ਆਪਣੇ ਵੱਲੋਂ ਹੀ ਨਾਮ ਬਣਾ ਲਿਆ, ਆਪਣੇ ਵੱਲੋਂ ਹੀ ਰਾਮ ਬਣਾ ਲਿਆ। ਸਾਰਾ ਕੁਛ ਆਪਣੇ ਵੱਲੋਂ ਕੀਤਾ। ਉਛਲਿਆ ਕਾਮ, ਜਦੋਂ ਆਪਣੇ ਅੰਦਰੋਂ ਇੱਛਾ ਉੱਠੀ ਕਾਲ ਦੀ। ਮਤ ਜਾਗੀ, ਕਹਿੰਦੇ ਮਤ ਪੁੱਠੇ ਪਾਸੇ ਨੂੰ ਜਾਗ ਪਈ। ਜਾਗਣਾ ਤਾਂ ਸੀਗਾ ਚੰਗੇ ਪਾਸੇ ਨੂੰ। ਜਾਗ ਲਿਓ ਰੇ ਮਨਾ ਜਾਗ ਲਿਓ, ਕਾਹੇ ਗਾਫਲ ਸੋਇਆ। ਉਧਰ ਨੂੰ ਜਾਗਣਾ ਸੀ, ਜਾਗ ਪੁੱਠੇ ਪਾਸੇ ਨੂੰ ਗਿਆ। ਤਾਂ ਅਨਕ ਸ਼ਕਤੀ ਗਲ ਬੰਨ੍ਹਿਆ। ਕਹਿੰਦੇ ਫਿਰ ਕੀ ਹੋਇਆ? ਉਹ ਜਿਹੜੀ ਸ਼ਕਤੀ ਸੀ ਮਾਇਆ ਦੀ, ਉਹਨੇ ਇਹਨੂੰ ਬੰਨ੍ਹ ਲਿਆ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਫਿਰ ਉਹਨਾਂ ਔਗਣਾਂ ਨੇ ਇਹਨੂੰ ਘੇਰ ਲਿਆ। ਗਲ ਦੇ ਵਿੱਚ ਉਹ ਰੱਸਾ ਪੈ ਗਿਆ। ਹੁਣ ਛੁੱਟ ਨਹੀਂ ਹੁੰਦਾ। ਆਪਣੇ ਔਗਣੀ ਨਹੀਂ ਨਿਕਲਣ ਦਿੰਦੇ। ਤਰਨ ਤੇਜ ਪਰ ਤ੍ਰਿਆ ਮੁਖ ਜੋ ਹੈ, ਸਾਰੇ ਅਪਸਰ ਨਾ ਪਛਾਣੇ। ਤਰਨ ਤੇਜ, ਬੜੀ ਤੇਜ ਬੁੱਧੀ ਸੀਗੀ, ਪਰ ਤੇਜ ਅਕਲ ਸੀ, ਸ਼ਾਰਪ ਅਕਲ ਸੀ ਮਨੁੱਖਾ ਤਨ ਦੇ ਅੰਦਰ ਇਹਦੇ ਕੋਲ। ਪਰ ਕਰ ਕੀ ਲਿਆ? ਪਰ ਤ੍ਰਿਆ ਮੁਖ ਜੋ ਹੈ। ਦੂਜੇ ਦੀ ਜਿਹੜੀ ਬੁੱਧੀ ਸੀਗੀ ਉਹਨੂੰ ਦੇਖਣ ਲੱਗ ਗਿਆ, ਦੂਜਿਆਂ ਵੱਲ ਵੇਖਣ ਲੱਗ ਗਿਆ, ਆਪਣੇ ਆਪ ਨਹੀਂ ਵੇਖਿਆ। ਆਪਣੀ ਅਕਲ ਵੱਲ ਨਹੀਂ ਝਾਤੀ ਮਾਰੀ, ਦੂਜੇ ਦੀ ਅਕਲ ਨੂੰ ਵੱਡੀ ਕਹੀ ਜਾਂਦਾ ਹੈ। ਦੂਜੇ ਦੀ ਉਸਤਤ ਕਰੀ ਜਾ ਰਿਹਾ, ਦੂਜੇ ਨੂੰ ਔਗਣ ਦੇਖੀ ਜਾਂਦਾ, ਦੂਜੇ ਦੇ ਗੁਣ ਦੇਖਦਾ, ਆਪਣੇ ਵੱਲ ਨਹੀਂ ਵੇਖਦਾ। ਪਰਤਰੀਆ ਹੁੰਦੀ ਹੈ ਬੁੱਧੀ। ਦੂਜੇ ਦੀ ਅਕਲ ਦੇਖ ਕੇ ਵਾਹ ਵਾਹ ਕਰੀ ਜਾਣੀ। ਕੀ ਫਿਰ ਆਪ ਨਹੀਂ ਦੇਖਣਾ ਵੀ ਮੇਰੇ ਕੋਲ ਵੀ ਤਾਂ ਸਮਾਂ ਹੈ? ਆਪਣੇ ਅੰਦਰ ਨਹੀਂ ਝਾਤੀ ਮਾਰਦਾ, ਜਦ ਕਿ ਹੇ ਮੇਰੇ ਮਨਾ, ਗੁਰਬਾਣੀ ਤੈਨੂੰ ਆਪਣੇ ਆਪ ਨਾਲ ਜੋੜਦੀ ਹੈ। ਆਪਨੜੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਕਿਸੇ ਵੱਲ ਵੇਖਣ ਦੀ ਕੋਈ ਆਗਿਆ ਨਹੀਂ ਦਿੰਦੀ। ਉਸਤਤ ਮਨ ਮਹਿ ਕਰ ਨਿਰੰਕਾਰ। ਆਪਣੇ ਮਨ ਦੇ ਅੰਦਰ ਉਸਤਤ ਕਰ। ਮਹਿ, ਤੂੰ ਹੀ ਨਿਰੰਕਾਰ ਹੈ। ਤੂੰ ਆਕਾਰਾਂ ਦੀ ਉਸਤਤ ਕਰਨ ਲੱਗ ਗਿਆ, ਤੂੰ ਸਰੀਰਾਂ ਦੀ ਉਸਤਤ ਕਰਨ ਲੱਗ ਗਿਆ, ਜਦ ਕਿ ਤੂੰ ਤਾਂ ਖੁਦ ਜੋਤ ਸਰੂਪ ਹੈ। ਤੂੰ ਕਿਸੇ ਦੀ ਉਸਤਤ ਨਹੀਂ ਕਰ ਸਕਦਾ, ਤੂੰ ਕਿਸੇ ਦੀ ਨਿੰਦਿਆ ਨਹੀਂ ਕਰ ਸਕਦਾ। ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਤਜੋ ਲੋਭ ਮੋਹ ਅਭਿਮਾਨਾ। ਕਿਤੇ ਨਹੀਂ ਆਗਿਆ ਦਿੰਦੀ ਹੈ ਮੇਰੇ ਮਨਾ ਗੁਰਬਾਣੀ ਤੈਨੂੰ। ਤਾਂ ਪਾਤਸ਼ਾਹ ਨੇ ਲਿਖਿਆ ਤਰਨ ਤੇਜ, ਬੜਾ ਜ਼ੋਰ ਹੈ ਤੇਰੇ ਕੋਲ।
ਤੇਰੀ ਸੁਰਤ ਬੜੀ ਸ਼ਾਰਪ ਹੈ, ਪਰ ਕਰਨ ਕੀ ਲੱਗ ਗਿਆ? ਪਰ ਤ੍ਰੀਏ ਮੁੱਖ ਜੋ ਹੈ, ਦੂਜਿਆਂ ਦੀਆਂ ਮੱਤਾਂ ਨੂੰ ਦੇਖਣ ਲੱਗ ਗਿਆ ਵੀ ਕਿਹਦੀ ਮੱਤ ਨੂੰ ਮੈਂ ਧਾਰਾਂ, ਕਿਹੜੀ ਮੱਤ ਚੰਗੀ ਹੈ, ਕਿਹੜੀ ਮਾੜੀ ਹੈ, ਕਿਹੜੇ 'ਚ ਗਿਆਨ ਜ਼ਿਆਦਾ ਹੈ, ਕਿਹੜੇ ਕੋ ਘੱਟ ਹੈ। ਜੋ ਹੈ ਸਰ ਅਪਸਰ ਨਾ ਪਛਾਣਿਆ, ਪਤਾ ਹੀ ਨਹੀਂ ਲੱਗਦਾ ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ। ਆਪਣੇ ਆਪ ਨੂੰ ਨਹੀਂ ਵਾਚਦਾ। ਉਨਮਤ ਕਾਮ ਮਹਾਂ ਬਿਖ ਭੁੱਲੈ, ਪਾਪ ਪੁੰਨ ਨਾ ਪਛਾਣਿਆ। ਉਨਮਤ ਉਹਨਾਂ ਮੱਤਾਂ ਦਾ ਧਾਰਨੀ ਤਾਂ ਬਣ ਗਿਆ, ਜਦ ਕਿ ਬਣਨਾ ਸੀ ਉਨਮਨ। ਉਹਨਾਂ ਮੱਤਾਂ ਤੋਂ ਪਰੇ ਹੋਣਾ ਸੀ, ਉਹ ਮੱਤਾਂ ਤਿਆਗਣੀਆਂ ਸੀ, ਉਹ ਦੁਰਮਤ ਸੀ, ਉਹ ਛੱਡਣੀ ਸੀਗੀ। ਪਰ ਕੀ ਗੱਲ ਹੈ? ਉਨਮਤ, ਉਹਨਾਂ ਮੱਤਾਂ ਨੂੰ ਧਾਰਨ ਕਰਕੇ ਕਾਮੀ ਮਹਾਂਵਿਖ, ਉਹ ਜਿਹੜੀਆਂ ਉਹਨਾਂ ਦੀਆਂ ਮੱਤਾਂ ਦਾ ਗਿਆਨ ਸੀਗੀ, ਉਹਨਾਂ ਦੀਆਂ ਇੱਛਾਵਾਂ ਸੀ, ਉਹਨਾਂ ਦੀਆਂ ਪਾਸ਼ਨਾਵਾਂ ਸੀ, ਉਹ ਧਾਰਨ ਕਰ ਲਈਆਂ। ਉਹ ਕੀ ਸੀ? ਮਹਾਂਵਿਖ। ਉਹ ਤਾਂ ਮਾਇਆ ਨਾਲ ਜੋੜਦੇ ਆ। ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਧਰਮ ਦੇ ਲੋਕ ਨੇ, ਉਹ ਸਾਰੇ ਸਾਨੂੰ ਜੋੜਦੇ ਮਾਇਆ ਨਾਲ ਹੀ ਲਿਆ ਕੇ। ਕੋਈ ਵੀ ਸਾਨੂੰ ਮਾਇਆ ਨਾਲੋਂ ਨਹੀਂ ਤੋੜਦਾ। ਭਾਵੇਂ ਉਹ ਮਾਇਆ ਨਾਲ ਟੁੱਟਣ ਦੇ ਪ੍ਰਚਾਰ ਜ਼ਰੂਰ ਕਰਦੇ ਆ, ਪਰ ਮਾਇਆ ਨਾਲੋਂ ਟੁੱਟਣ ਦੀ ਵਿਚਾਰ ਨਹੀਂ ਕਰਦੇ। ਹਮੇਸ਼ਾ ਹੀ ਮਾਇਆ ਨਾਲੋਂ ਟੁੱਟਣ ਦੀ ਵਿਚਾਰ ਹੁੰਦੀ ਹੈ, ਪ੍ਰਚਾਰ ਨਹੀਂ ਹੁੰਦਾ। ਜਦੋਂ ਅਸੀਂ ਪ੍ਰਚਾਰ ਕਰਾਂਗੇ ਕਿਸੇ ਚੀਜ਼ ਦਾ, ਤਾਂ ਸਾਨੂੰ ਕਿਸੇ ਤੋਂ ਕੋਈ ਚੀਜ਼ ਦੀ ਆਸ ਵੀ ਹੈ। ਇਹ ਬਹੁਤ ਵੱਡਾ ਨੁਕਤਾ ਹੈ ਕਿ ਜਦੋਂ ਪ੍ਰਚਾਰ ਹੋਊਗਾ ਕਿਸੇ ਚੀਜ਼ ਦਾ ਵੀ, ਤਾਂ ਸਾਨੂੰ ਗਾਂਹ ਤੋਂ ਵੀ ਕੁਝ ਮਿਲੂਗਾ। ਜਦੋਂ ਅਸੀਂ ਵਿਚਾਰ ਕਰਾਂਗੇ ਤਾਂ ਵਿਚਾਰ 'ਚ ਸਾਨੂੰ ਗਾਹਾਂ ਤੋਂ ਕੁਝ ਨਹੀਂ ਮਿਲਣਾ ਹੁੰਦਾ, ਸਾਡੇ ਆਪਣੇ ਆਪ ਦੀ ਸਫਾਈ ਹੁੰਦੀ ਹੈ। ਸਾਨੂੰ ਆਪਣੇ ਆਪ ਤੋਂ ਹੀ ਕੁਝ ਮਿਲਣਾ ਹੁੰਦਾ। ਵਿਚਾਰ 'ਚ ਸਾਨੂੰ ਆਪਣੇ ਆਪ ਤੋਂ ਹੀ ਕੁਝ ਮਿਲਣਾ, ਪ੍ਰਚਾਰ 'ਚ ਸਾਨੂੰ ਕਿਸੇ ਤੋਂ ਕੁਝ ਮਿਲਣਾ। ਕਿਸੇ ਤੋਂ ਸਾਨੂੰ ਕੀ ਮਿਲੂਗੀ? ਵਾਹਵਾ ਮਿਲੂਗੀ ਜਾਂ ਪੈਸਾ ਮਿਲੂਗਾ। ਵਾਹਵਾ ਵੀ ਮਾਇਆ ਹੀ ਹੈ ਤੇ ਪੈਸਾ ਤਾਂ ਪੈਸਾ ਹੀ ਹੈ, ਉਹ ਵੀ ਮਾਇਆ ਹੀ ਹੈ। ਜਦੋਂ ਅਸੀਂ ਸਵੈਮ ਦੀ ਵਿਚਾਰ ਕਰਾਂਗੇ, ਫਿਰ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ, ਸਾਡੇ 'ਚ ਕਿੰਨੇ ਔਗਣ ਨੇ, ਸਾਡਾ ਮਨ ਟਿਕਦਾ ਕਿ ਨਹੀਂ ਟਿਕਦਾ, ਸਾਡੇ ਅੰਦਰ ਵਾਸ਼ਨਾਵਾਂ ਕਿੰਨੀਆਂ ਕਿ ਨੇ। ਫਿਰ ਇੱਧਰ ਹੈ, ਪਾਤਸ਼ਾਹ ਕਹਿੰਦੇ ਉਨਮਤ ਕਾਮ ਮਹਾਂ ਬਿਖ ਭੁੱਲੈ, ਪਾਪ ਪੁੰਨ ਨਾ ਪਛਾਣਿਆ। ਦੇਖੋ, ਪਾਪ ਪੁੰਨ ਪਛਾਣਨ ਦੀ ਗੱਲ ਹੈ। ਸਾਡੇ ਪ੍ਰਚਾਰ ਕੀ ਹੈ ਕਿ ਪਾਪ ਪੁੰਨ ਕਮਾਓ। ਉਹ ਕਹਿੰਦੇ ਵੀ ਆਹ ਪੁੰਨ ਹੈ, ਆਹ ਪਾਪ ਹੈ। ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਦੀ ਪਛਾਣ ਕਰ, ਤੈਨੂੰ ਪਤਾ ਲੱਗੇ ਕਿ ਪਾਪ ਪੁੰਨ ਹੈ ਕੀ ਚੀਜ਼। ਪਾਪ ਕੀ ਹੈ? ਭਾਣੇ ਦਾ ਵਿਰੋਧ ਕਰਨਾ ਪਾਪ ਹੈ। ਗੁਰਬਾਣੀ ਦੀ ਗੱਲ ਮੰਨਣੀ ਨਾ ਪਾਪ ਹੈ। ਜਿਹੜਾ ਗੁਰਬਾਣੀ ਦੀ ਗੱਲ ਨਹੀਂ ਮੰਨਦਾ, ਉਹ ਪਾਪ ਕਰਦਾ ਹੈ। ਪੁੰਨ ਕੀ? ਜਿਹੜਾ ਗੁਰਬਾਣੀ ਦੇ ਅਨੁਸਾਰ ਚੱਲਦਾ ਹੈ। ਗੁਰਬਾਣੀ ਸੱਚ ਹੈ, ਸੱਚ ਨੂੰ ਧਾਰਨ ਕਰਨਾ ਪੁੰਨ ਹੈ, ਸੱਚ ਨੂੰ ਨਾ ਧਾਰਨ ਕਰਨਾ ਪਾਪ ਹੈ, ਜੋ ਨਿਰਾਕਾਰੀ ਹੈ। ਜਿਹੜਾ ਸੰਸਾਰੀ ਪਾਪ ਪੁੰਨ ਹੈ, ਉਹ ਸਾਨੂੰ ਸਾਰਿਆਂ ਨੂੰ ਹੀ ਪਤਾ। ਜਿਹਨੂੰ ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਹਮਰੇ ਵਸ ਨਾਹੈ, ਰਸਕ ਰਸਕ ਨਾਨਕ ਗੁਣ ਗਾਏ। ਜਿਹਨੂੰ ਗੁਰਬਾਣੀ ਕਹਿੰਦੀ ਆ ਪਾਪ ਪੁੰਨ ਜੋ ਬੀਜਦੇ, ਸਭ ਧਰਮ ਰਾਏ ਕੇ ਜਾਈ। ਜਿਹੜੇ ਪਾਪ ਪੁੰਨ ਤੇ ਖੜੇ ਨੇ, ਉਹ ਸਭ ਧਰਮ ਰਾਜ ਕੋਲ ਜਾਣਗੇ। ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ, ਉਹ ਬਾਚੀਆਂ ਜਾਣਗੀਆਂ। ਤੁਹਾਡਾ ਚੰਗਾ ਵੀ ਬਾਚਿਆ ਜਾਊ, ਤੁਹਾਡਾ ਮਾੜਾ ਵੀ ਬਾਚਿਆ ਜਾਊ, ਤੁਹਾਡਾ ਪੁੰਨ ਵੀ ਵਿਚਾਰਿਆ ਜਾਊ, ਤੁਹਾਡਾ ਪਾਪ ਵੀ ਵਿਚਾਰਿਆ ਜਾਊ। ਕੀ ਇਹ ਪਾਪ ਪੁੰਨ, ਚੰਗਾ ਮਾੜਾ ਸੱਚਖੰਡ ਨਾਲ ਮੇਲ ਖਾਂਦਾ ਕਿ ਨਹੀਂ ਖਾਂਦਾ? ਜੇ ਸੱਚਖੰਡ ਵਾਲਿਆਂ ਨਾਲ ਸਾਡਾ ਮੇਲ ਨਹੀਂ ਖਾਊਗਾ, ਤਾਂ ਉਹ ਸਾਨੂੰ ਅੰਦਰ ਨਹੀਂ ਜਾਣ ਦੇਣਗੇ। ਤਾਂ ਪਾਤਸ਼ਾਹ ਨੇ ਲਿਖਿਆ ਇੱਥੇ ਉਨਮਤ ਕਾਮ ਮਹਾਂਵਿਖ ਭੁੱਲੈ। ਮਹਾਂਵਿਖਿਆ ਦੇ ਵਿੱਚ ਜੁੜ ਗਿਆ। ਪੁੱਠੀ ਅਕਲ ਜੋ ਧਾਰਨ ਕਰ ਲਈ, ਪਾਪ ਪੁੰਨ ਨਾ ਪਛਾਣਿਆ। ਪਤਾ ਹੀ ਨਹੀਂ ਲੱਗਿਆ ਵੀ ਅਸਲ ਵਿੱਚ ਪਾਪ ਪੁੰਨ ਹੁੰਦਾ ਕੀ ਹੈ। ਸੁੱਤ ਸੰਪਤ ਦੇਖੇ ਮਨ ਗਰਬਿਆ, ਰਾਮ ਹਿਰਦੇ ਤੇ ਖੋਇਆ। ਸੁੱਤ ਸੰਪਤ, ਸੁੱਤ ਸੰਪਤੀ ਕੀ ਹੁੰਦੀ ਹੈ? ਆਪਣੀਆਂ ਇੱਛਾਵਾਂ ਦਾ ਜਾਲ ਬੁਣਨਾ। ਇਹ ਸੁੱਤ ਆਪਣੀ ਅਕਲ ਹੈ ਜਿਹੜੀ, ਉਹ ਸਾਡਾ ਮੁੰਡਾ ਹੈ, ਉਹ ਸਾਡਾ ਗਿਆਨ ਹੈ, ਉਹਦੀ ਉਹ ਸੰਪਤੀ ਹੈ। ਅਸੀਂ ਆਪਣੀਆਂ ਗੱਲਾਂ ਦੀ ਉਹ ਖੱਟੀ ਖਾਂਦੇ ਹਾਂ। ਜਿਵੇਂ ਧਾਰਮਿਕ ਲੋਕ ਵੀ, ਉਹ ਵੀ ਕਈ ਤਰ੍ਹਾਂ ਦੀਆਂ ਕਥਾ ਕਹਾਣੀਆਂ ਸੁਣਾ ਕੇ ਸਾਨੂੰ ਖੱਟੀ ਖਾਂਦੇ ਆ। ਦੇਖ ਮਨ ਇਹ ਗਰਬਿਆ, ਇਹ ਮਨ ਗਰਬਿਆ, ਹੰਕਾਰੀ ਹੋ ਜਾਂਦਾ ਹੈ, ਆਪਣੇ ਆਪੇ 'ਚ ਹੋ ਜਾਂਦਾ ਵੀ ਮੈਨੂੰ ਤਾਂ ਗਿਆਨ ਹੀ ਬਹੁਤ ਹੈ, ਮੇਰੇ ਨਾਲ ਤਾਂ ਕਿਸੇ ਨੂੰ ਗਿਆਨ ਹੀ ਨਹੀਂ, ਮੈਨੂੰ ਤਾਂ ਗੱਲ ਹੀ ਬਹੁਤ ਫੁਰਦੀ ਹੈ, ਮੈਂ ਤਾਂ 10 ਬੰਦਿਆਂ ਨੂੰ ਪ੍ਰੇਰ ਲੈਂਦਾ, ਮੇਰੇ ਨਾਲ 100 ਬੰਦਾ ਜੁੜਿਆ ਹੈ, ਮੇਰੇ ਨਾਲ 1000 ਬੰਦਾ ਜੁੜਿਆ ਹੋਇਆ। ਪਰ ਪਾਤਸ਼ਾਹ ਕੀ ਕਹਿੰਦੇ? ਰਾਮ ਹਿਰਦੇ ਤੇ ਖੋਇਆ। ਕਹਿੰਦੇ ਜਿਹੜਾ ਰਾਮ ਸੀ ਨਾ, ਅੰਤਰਾਤਮਾ ਦੀ ਆਵਾਜ਼ ਸੀ, ਉਹ ਤਾਂ ਹਿਰਦੇ 'ਚੋਂ ਖੋਏ ਦਿੱਤੀ, ਉਹ ਤਾਂ ਸੁਣਿਓ ਹੀ ਨਾ ਕਦੇ, ਉਹਦਾ ਨਹੀਂ ਪਤਾ ਲੱਗਿਆ। ਸੁੱਤ ਸੰਪਤੀ ਦੇ ਨਾਲ ਇੰਨਾ ਜੁੜ ਗਿਆ। ਅਵਰ ਮਰਤ ਮਾਇਆ ਮਨ ਤੋਲੇ,
ਤਉ ਭਗ ਮੁਖ ਜਨਮ ਬਿਗੋਇਆ। ਕਹਿੰਦੇ ਅਵਰ ਮਰਤ ਮਾਇਆ ਮਨ ਤੋਲੇ। ਕਹਿੰਦੇ ਹੈਰਾਨੀ ਹੁੰਦੀ ਹੈ ਕਿ ਜਿਹੜੀ ਚੀਜ਼ ਨੇ ਬਿਨਸ ਜਾਣਾ ਹੈ, ਖਤਮ ਹੋ ਜਾਣਾ, ਮਨ ਉਹਦੇ ਨਾਲ ਤੋਲੀ ਫਿਰਦਾ। ਇਹ ਮਨ ਨੂੰ ਉਹਦੇ ਨਾਲ ਜੋੜੀ ਬੈਠਾ। ਤਉ ਭਗ ਮੁਖ ਜਨਮ ਬਿਗੋਇਆ। ਤਉ ਭਗ ਮੁਖ ਭਾਵ ਕਿ ਦੁਬਾਰਾ ਫਿਰ ਸਰੀਰ ਮਿਲਦੇ ਆ, ਫਿਰ ਜਨਮਾਂ ਚ ਆਈ ਜਾਂਦਾ। ਜਿਹੜਾ ਜਨਮ ਮਿਲਿਆ ਗਵਾ ਲਿਆ, ਨਵਾਂ ਫਿਰ ਸਰੀਰ ਮਿਲੀ ਜਾਂਦਾ। ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ। ਪੁੰਡਰ ਕੇਸ ਕਹਿੰਦੇ ਜਦੋਂ ਇਹ ਮਾਤਾ ਦੇ ਗਰਭ ਚੋਂ ਬਾਹਰ ਆਉਂਦਾ, ਉਸ ਵੇਲੇ ਜਿਹੜੀ ਇਹਦੀ ਬੁੱਧੀ ਹੁੰਦੀ ਹੈ ਬੜੀ ਸਾਫ਼ ਹੁੰਦੀ ਹੈ, ਚਿੱਟੀ ਹੁੰਦੀ ਹੈ, ਕੋਈ ਮੈਲ ਨਹੀਂ ਹੁੰਦੀ, ਸੁਗੰਧੀ ਵਾਲੀ ਹੁੰਦੀ ਹੈ, ਬੜੀ ਸਾਫ਼ ਹੁੰਦੀ ਹੈ। ਉਹ ਕਿੱਥੋਂ ਆਉਂਦੀ ਹੈ ਬੋਲੀ? ਸਪਤ ਪਤਾਲ ਕੀ ਬਾਣੀ, ਉਹ ਹੈ ਤੁਰ ਕੀ ਬਾਣੀ, ਉਹ ਹੈ ਸ਼ੁੱਧ ਬਾਣੀ। ਪੁੰਡਰ ਕੇਸ ਨੇ ਉਹ। ਕੇਸ ਦਾ ਅਰਥ ਹੁੰਦਾ ਹੈ ਬੁੱਧੀ, ਅਕਲ। ਜਿਵੇਂ ਸਾਡੇ ਕੇਸ ਵੱਧਦੇ ਆ, ਵਾਲ ਵੱਧਦੇ ਆ, ਇਸੇ ਤਰ੍ਹਾਂ ਬੁੱਧੀ ਵੱਧਦੀ ਹੈ। ਬੁੱਧੀ ਚਿੱਟੀ ਵੀ ਹੁੰਦੀ ਹੈ, ਬੁੱਧੀ ਕਾਲੀ ਵੀ ਹੁੰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਾਲਾ ਲਾਗੀ, ਕਾਲਾ ਹੋਆ ਸਿਆ। ਤਾਂ ਪਾਤਸ਼ਾਹ ਨੇ ਲਿਖਿਆ ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ। ਉਹ ਸਪਤ ਪਤਾਲ ਦੀ ਬਾਣੀ ਹੈ, ਉਹ ਹਿਰਦੇ ਦੀ ਆਵਾਜ਼ ਹੈ, ਉਹ ਧੁਰ ਕੀ ਬਾਣੀ ਹੈ। ਲੋਚਨ ਸ਼ਰਮ ਬੁੱਧ ਬਲ ਨਾਠੀ ਤਾ ਕਾਮ ਪਬਸ ਮਦਾਣੀ। ਕਹਿੰਦੇ ਉਹ ਕੀ ਹੋਇਆ? ਉਹ ਛੱਡਤੀ। ਕਹਿੰਦੇ ਲੋਚਨ ਸ਼ਰਮ ਹੈ। ਲੋਚਨ ਹੁੰਦੀ ਹੈ ਬੁੱਧੀ, ਅਕਲ। ਅੱਖਾਂ ਦੇ ਵਿੱਚੋਂ ਹੁਣ ਕੀ ਚਾਹੁੰਦਾ? ਅਕਲ ਚੋਂ ਕੀ ਚਾਹੁੰਦਾ? ਆਤਮਾ ਦੀ ਬੁੱਧੀ ਹੀ ਅੱਖ ਹੈ, ਉਹਦੇ ਵਿੱਚ ਕੀ ਹੈ? ਸ਼ਰਮ ਹੈ, ਮਾਇਆ ਦਾ ਰਸ ਚੋ ਰਿਹਾ ਹੈ। ਮਾਇਆ ਨੂੰ ਦੇਖ ਦੇਖ ਕੇ ਪ੍ਰੇਰਿਤ ਹੋ ਰਹੀ ਹੈ ਬੁੱਧੀ, ਮਾਇਆ ਨੂੰ ਦੇਖ ਦੇਖ ਕੇ ਖੁਸ਼ ਹੋ ਰਹੀ ਹੈ ਬੁੱਧੀ। ਬਲ ਨਾਠੀ, ਬਲ ਖਤਮ ਹੋ ਰਿਹਾ। ਦੇਖਣਾ ਤਾਂ ਸੀ ਆਪਣੇ ਆਪੇ ਨੂੰ, ਜਾਣਨਾ ਤਾਂ ਆਪਣੇ ਆਪੇ ਨੂੰ ਸੀ। ਉਧਰ ਨੂੰ ਬੁੱਧ ਬਲ ਘਟਦਾ ਜਾਂਦਾ, ਮਾਇਆ ਵਾਲੇ ਪਾਸੇ ਨੂੰ ਵੱਧਦਾ ਜਾਂਦਾ। ਤਾਂ ਫਿਰ ਕੀ ਹੁੰਦਾ? ਤਾਂ ਕਾਮ ਪਵਸ ਮਧਾਣੀ। ਕਹਿੰਦੇ ਵਿੱਚ ਕੀ ਹੈ ਫਿਰ? ਕਾਮ ਦੀ ਮਧਾਣੀ ਹੈ। ਕਾਮ ਕੀ ਹੈ? ਇੱਛਾ। ਇੱਛਾ ਦੀ ਮਧਾਣੀ ਅੰਦਰ ਸਾਡੇ ਰਿੜਕਦੀ ਰਹਿੰਦੀ, ਹਰ ਵੇਲੇ ਚੱਲਦੀ ਹੋ ਰਹਿੰਦੀ ਹੈ ਮਧਾਣੀ। ਵੀ ਆਹ ਇੱਛਾ ਪੂਰੀ ਹੋ ਗਈ, ਫਿਰ ਉਧਰ ਨੂੰ ਹੋ ਜੋ। ਹੁੰਦੀ ਇੱਛਾ ਕਿਸੇ ਦੀ ਕੋਈ ਪੂਰੀ ਨਹੀਂ। ਹੁਣ ਉਹ ਵੀ ਪਰਮੇਸ਼ਰ ਦਾ ਭਾਣਾ ਹੀ ਹੁੰਦਾ, ਉਹ ਵਰਤਾਂ ਹੀ ਹੁੰਦਾ। ਜਿਵੇਂ ਬੱਚਾ ਜ਼ਿਆਦਾ ਰਿਹਾੜ ਕਰਨ ਲੱਗ ਜਾਵੇ ਨਾ, ਵੀ ਮੈਂ ਕਰਦ ਫੜਨੀ ਉਹ ਫੜਨੀ ਹੈ, ਮੈਂ ਚਾਕੂ ਚੱਕਣਾ ਹੀ ਚੱਕਣਾ, ਤਾਂ ਇੱਕ ਟਾਈਮ ਤੇ ਮਾਂ ਆ ਕੇ ਕਹਿੰਦੀ ਵੀ ਲੈ ਫੜ। ਜਦੋਂ ਚਾਕੂ ਚੱਕ ਲੈਂਦਾ, ਫੜ ਲੈਂਦਾ, ਜਿੱਦਬਾਜੀ ਉਹ ਵੱਜ ਜਾਂਦਾ, ਫਿਰ ਉਹ ਰੋਂਦਾ ਹੈ। ਇਸੇ ਤਰ੍ਹਾਂ ਹੀ ਜੀਵ ਹੈ। ਜਦੋਂ ਜੀਵ ਹਟਦਾ ਹੀ ਨਹੀਂ, ਬਾਰ-ਬਾਰ ਮਾਇਆ ਦੀਆਂ ਮੰਗਾਂ, ਮਾਇਆ ਦੀਆਂ ਬੇਨਤੀਆਂ ਕਰੀ ਜਾਂਦਾ, ਤਾਂ ਪਰਮੇਸ਼ਰ ਕਹਿੰਦਾ ਦੇ ਦਿਓ, ਦੇਖ ਲੈਂਦੇ ਵੀ ਕੀ ਕਰਦਾ। ਫਿਰ ਉਹ ਜਦੋਂ ਮਾਇਆ ਲੈਂਦਾ, ਮਾਇਆ ਅਗਨ ਸਭ ਇੱਕੋ ਜਿਹੀ, ਫਿਰ ਇਹਨੂੰ ਅੱਗ ਹੈ ਜਿਹੜੀ ਮਾਇਆ ਦੀ, ਉਹ ਫਿਰ ਸਾੜਦੀ ਹੈ। ਫਿਰ ਬੜਾ ਦੁਖੀ ਹੁੰਦਾ। ਪਰ ਦੁਖੀ ਫਿਰ ਇਹੀ ਹੁੰਦਾ ਜਦੋਂ ਬੱਚੇ ਦੇ ਚਾਕੂ ਵੱਜ ਗਿਆ, ਤਾਂ ਮਾਂ ਤਾਂ ਕੁਛ ਨਹੀਂ ਕਰ ਸਕਦੀ, ਮਾਂ ਤਾਂ ਉਹਦਾ ਇਲਾਜ ਹੀ ਕਰ ਸਕਦੀ ਹੈ। ਪਰ ਜਿਹੜੀ ਉਹਦੀ ਪੀੜ ਹੈ, ਉਹ ਤਾਂ ਬੱਚੇ ਨੂੰ ਝੱਲਣੀ ਪੈਂਦੀ ਹੈ। ਮਾਂ ਨੂੰ ਪੀੜਾ ਨਹੀਂ ਝੱਲ ਸਕਦੀ, ਮਾਂ ਉਹਦਾ ਇਲਾਜ ਕਰ ਸਕਦੀ ਹੈ। ਪੀੜਾ ਜੀਵ ਨੂੰ ਝੱਲਣੀ ਪੈਂਦੀ ਹੈ। ਸੱਚਖੰਡ ਵੱਲੋਂ ਇਲਾਜ ਕੀਤਾ ਜਾਂਦਾ ਹੈ। ਸਰਬ ਰੋਗ ਕਾ ਔਖਦ ਨਾਮ ਤਾਂ ਹੈ, ਪਰ ਜਿਹਨੂੰ ਬਿਮਾਰੀ ਲੱਗੀ ਹੈ, ਪੀੜਾ ਤਾਂ ਉਹਨੂੰ ਹੈ ਨਾ। ਅਸੀਂ ਪੀੜਾ ਨੂੰ ਨਹੀਂ ਦੇਖਦੇ, ਜਦ ਕਿ ਪੀੜਾ ਸਾਡੇ ਆਪਣੇ ਅੰਦਰ ਵੀ ਹੈ। ਕਾਮ ਪਵਸ ਮਧਾਣੀ, ਸਾਡੇ ਅੰਦਰ ਮਧਾਣੀ ਵਾਂਗੂ ਚੱਲਦੀ ਰਹਿੰਦੀ, ਇੱਛਾ ਰਿੜਕੀ ਜਾਂਦੀਆਂ ਨੇ। ਸਾਡਾ ਚੰਗਾ ਵੀ ਵਿੱਚ ਹੀ ਰਿੜਕਿਆ ਜਾਂਦਾ, ਸਾਡਾ ਮਾੜਾ ਵੀ ਵਿੱਚ ਹੀ ਰਿੜਕਿਆ ਜਾਂਦਾ, ਕਿਉਂਕਿ ਸਾਨੂੰ ਪਤਾ ਤਾਂ ਹੈ ਨਹੀਂ ਕਿ ਪਾਪ ਪੁੰਨ ਹੈ ਕੀ ਚੀਜ਼, ਚੰਗਾ ਮਾੜਾ ਕੀ ਹੈ, ਜਸ ਅਪਜਸ ਕੀ ਹੈ। ਤਾਂ ਤੇ ਵੇਖੈ ਭਈ ਮਤ ਪਾਬਸ ਕਾਇਆ ਕਮਲ ਕੁਮਲਾਣਾ। ਪਾਤਸ਼ਾਹ ਕਹਿੰਦੇ ਤਾਂ ਤੇ ਵੇਖੈ ਭਈ ਮਤ, ਕਹਿੰਦੇ ਤਾਂ ਕੀ ਹੋਇਆ, ਅੰਦਰ ਕੀ ਪੈਦਾ ਹੋ ਗਿਆ? ਵੇਖੇ ਦੀ ਮਤ ਪੈਦਾ ਹੋ। ਹਰ ਵੇਲੇ ਮਾਇਆ ਨਾਲ ਜੁੜਦਾ, ਹਰ ਵੇਲੇ ਹੀ ਇਹਦੇ ਅੰਦਰ ਇੱਕੋ ਇੱਛਾ ਚੱਲਦੀ ਰਹੇ। ਜੇ ਰੱਬ ਨੂੰ ਮਿਲਣ ਦੀ ਵੀ ਇੱਛਾ ਕਰਦਾ, ਤਾਂ ਵੀ ਮਾਇਆ ਚੋਂ ਹੀ ਕਰਦਾ, ਕਿ ਰੱਬ ਜਿਵੇਂ ਮੈਂ ਸਰੀਰ ਧਾਰਿਆ, ਮੇਰੇ ਵਾਂਗੂ ਆ ਕੇ ਦਰਸ਼ਨ ਦੇਵੇ। ਤੇ ਫਿਰ ਆਹ ਸਰੀਰ ਤਾਂ ਮਾਇਆ ਦਾ ਹੈ। ਨਾਲੇ ਉਹਨੂੰ ਅਕਾਲ ਮੂਰਤ ਵੀ ਆਖੀ ਜਾਂਦਾ, ਨਾਲੇ ਕਹੀ ਜਾਂਦਾ ਵੀ ਉਹ ਜਨਮ ਮਰਨ 'ਚ ਨਹੀਂ ਆਉਂਦਾ, ਨਾਲੇ ਕਹਿੰਦਾ ਨਹੀਂ ਉਹ ਸਾਹਮਣੇ ਵੀ ਆ ਕੇ ਬੈਠੇ। ਇਹ ਵਿਖੇ ਮੱਤ ਹੈ, ਇਹ ਭਰ ਗਈ, ਇਹਨੂੰ ਪਤਾ ਹੀ ਨਹੀਂ ਲੱਗ ਰਿਹਾ।
ਭਾਵਸ ਕਾਇਆ ਕਮਲ ਕਮਲਾਣਾ, ਜਿਹੜੀ ਕਾਇਆ ਸੀ, ਬੁੱਧੀ ਸੀ, ਉਹਦੇ ਵਿੱਚ ਜਿਹੜੀ ਤਾਕਤ ਸੀਗੀ ਉਹ ਕੁਮਲਾ ਗਈ। ਜਿਹੜਾ ਕਮਲ ਸੀ, ਹਿਰਦਾ ਸੀ, ਜਿਹੜਾ ਅੰਦਰ ਸੁਗਿਆਨ ਸੀ ਮਾੜਾ ਮੋਟਾ, ਉਹ ਵੀ ਕੁਮਲਾ ਗਿਆ। ਜਿਵੇਂ ਫਸਲ ਦੇ ਵਿੱਚ ਨਦੀਨ ਨੂੰ ਮਾਰਨ ਵਾਸਤੇ ਤੇਜ਼ ਸਪਰੇਅ ਕਰ ਦਿੱਤੀ ਜਾਵੇ, ਤਾਂ ਜਾਂ ਤੇਜ਼ ਕੈਮੀਕਲ ਪਾ ਦਿੱਤਾ ਜਾਵੇ ਤਾਂ ਫਸਲ ਵੀ ਮਰ ਜਾਂਦੀ ਹੈ। ਇਸੇ ਤਰ੍ਹਾਂ ਹੀ ਸਾਡੇ ਅੰਦਰ ਜੇ ਕਿਤੇ ਮਾੜਾ ਮੋਟੀ ਚੰਗੀ ਗੱਲ ਆਉਂਦੀ ਵੀ ਹੈ, ਹੁਕਮ ਦੀ ਸੋਝੀ ਸਾਨੂੰ ਆਉਣ ਵੀ ਲੱਗਦੀ ਹੈ, ਮਾਇਆ ਦਾ ਜਦੋਂ ਫਿਰ ਪ੍ਰਭਾਵ ਵੱਧਦਾ ਤਾਂ ਉਹ ਸੋਝੀ ਵੀ ਖਤਮ ਹੋ ਜਾਂਦੀ ਹੈ। ਤਾਂ ਤੇ ਵਿਖੇ ਪਹੀ ਮਤ ਭਾਵਸ ਕਾਇਆ ਕਮਲ ਕੁਮਲਾਣਾ, ਕੁਮਲਾ ਗਿਆ ਕਹਿੰਦੇ। ਅਵਗਤ ਬਾਣੀ ਛੋੜ ਮਿਰਤ ਮੰਡਲ ਤਉ ਪਾਛੇ ਪਛਤਾਣਾ, ਕਹਿੰਦੇ ਜਿਹੜੀ ਬਾਣੀ ਨੇ ਇਹਨੂੰ ਰੋਕਣਾ ਸੀਗਾ, ਅਵਗਤ ਕਰਨਾ ਸੀਗਾ, ਇਹਨੂੰ ਰੋਕਣਾ ਸੀਗਾ। ਇਹ ਗਤੀਸ਼ੀਲ ਹੈ, ਮਨ ਦੀ ਗਤੀ ਨੂੰ ਰੋਕ ਦੇਣਾ ਅਵਗਤ ਹੁੰਦਾ। ਉਹ ਬਾਣੀ ਛੋੜ, ਉਹ ਛੱਡਤੀ। ਮਨ ਵਾਸੇ ਆਵੇ ਨਾਨਕਾ ਪੂਰਨ ਕਿਰਪਾ ਹੋਏ, ਜਿਹੜੀ ਚੀਜ਼ ਨਾਲ ਮਨ ਨੇ ਬਸ ਚ ਆਉਣਾ ਸੀ ਉਹ ਛੱਡਤੀ, ਉਹ ਛੱਡਤੀ। ਮਿਰਤ ਮੰਡਲ ਆ ਜਦੋਂ ਇੱਥੇ ਆਇਆ, ਜਦੋਂ ਮਾਤਾ ਦੇ ਗਰਭ ਦੇ ਅੰਦਰ ਸੀ ਉਦੋਂ ਤਾਂ ਮਨ ਰੁਕਿਆ ਹੋਇਆ ਸੀ, ਹੁਣ ਮਨ ਬਾਹਰ ਆ ਗਿਆ। ਮਿਰਤ ਮੰਡਲ ਛੱਡਤਾ। ਅਵਗਤ ਬਾਣੀ ਛੱਡਤੀ, ਕਹਿੰਦੇ ਮਿਰਤ ਮੰਡਲ ਚ ਆ ਕੇ ਤਉ ਪਾਛੇ ਪਛਤਾਣਾ, ਕਹਿੰਦੇ ਹੁਣ ਪਛਤਾਵਾ ਹੀ ਆ। ਫਿਰ ਜਦੋਂ ਇੱਥੋਂ ਸਰੀਰ ਛੱਡ ਕੇ ਜਾਣਾ ਫਿਰ ਪਛਤਾਵਾ ਹੈ। ਨੇ ਕੁੱਟੀ ਦੇਹ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਨਿਕੁੱਟੀ ਦੇਹ ਦੇਖ, ਕਹਿੰਦੇ ਜਿਹੜੀ ਆ ਨਿਕੁੱਟੀ ਹੈ, ਜਦੋਂ ਇਹਨੂੰ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਆਤਮਾ ਨੂੰ, ਇਹ ਨਿਕੁੱਟੀ ਹੋ ਜਾਂਦੀ ਹੈ। ਇਹ ਕੁੱਟੀਆਂ ਨੂੰ ਛੱਡ ਦਿੰਦਾ। ਆ ਕੁੱਟੀਆ ਜਿਹੜਾ ਸਰੀਰ ਮਿਲਿਆ ਛੁੱਟ ਗਈ ਤੋ ਦੇਹ ਦੇਖੀ ਧੁਨੀ, ਫਿਰ ਇਹਨੂੰ ਦਿਸਦਾ ਹੁਕਮ ਉਪਜੈ, ਇਹਦੇ ਅੰਦਰੋਂ ਫਿਰ ਉਹ ਚੀਜ਼ ਪੈਦਾ ਹੁੰਦੀ ਹੈ। ਮਾਨ ਕਰਤ ਨਹੀਂ ਬੂਝੈ, ਕਹਿੰਦੇ ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਤੇਰੇ ਹੰਕਾਰ ਕਰਕੇ ਇਹ ਗੱਲ ਨਹੀਂ ਸੀ, ਤੂੰ ਬੁੱਝ ਸਕਿਆ। ਹੁਣ ਕੀ ਕਰਦਾ, ਨਿਕੁੱਟੀ ਦੇਹ ਦੇਖ, ਜਿਹੜੀ ਸਰੀਰ ਛੱਡਣਾ, ਇਹਨੂੰ ਪਤਾ ਵੀ ਆ ਦੇਹੀ ਤਾਂ ਮੈਂ ਛੱਡ ਕੇ ਜਾਣੀ, ਇਹ ਤਾਂ ਮੈਂ ਸਦਾ ਨਹੀਂ ਇਹਦੇ ਨਾਲ ਜੁੜਿਆ ਰਹਿਣਾ। ਦੇਖ ਧੁਨੀ ਉਪਜੈ, ਕਹਿੰਦੇ ਇਹਨੂੰ ਦੇਖਦਾ ਵੀ ਆ ਵੀ ਮੇਰੇ ਸਾਹਮਣੇ ਪਤਾ ਨਹੀਂ ਕਿੰਨੇ ਨੇ ਸਰੀਰ ਛੱਡਤੇ, ਫਿਰ ਵੀ ਇਹਦੇ ਅੰਦਰ ਧੁਨੀ ਨਹੀਂ ਉਪਜਦੀ, ਫਿਰ ਵੀ ਇਹਦੇ ਅੰਦਰ ਹੁਕਮ ਦੀ ਸੋਝੀ ਨਹੀਂ ਨੂੰ ਆ ਰਹੀ। ਕਿਉਂ ਨਹੀਂ ਆ ਰਹੀ? ਕਿਉਂਕਿ ਮਾਨ ਕਰਤ ਨਹੀਂ ਬੁੱਝਿਆ। ਇਹ ਆਪਣੇ ਆਪ ਤੇ ਐਸੇ ਸਰੀਰ ਦਾ ਹੰਕਾਰ ਹੀ ਬੜਾ ਕਰੀ ਬੈਠਾ, ਇੰਨਾ ਹੰਕਾਰ ਕਰੀ ਬੈਠਾ ਕਿ ਉਹ ਬੁਝਾਰ ਤੇ ਨਹੀਂ ਬੁੱਝ ਹੁੰਦੀ। ਤਾਂ ਹੀ ਪਾਤਸ਼ਾਹ ਨੇ ਕਿਹਾ ਸੀ ਹੁਕਮ ਬੂਝ, ਹੁਕਮ ਨੂੰ ਬੁੱਝ, ਪਰਮ ਪਦ ਪਾਈ, ਤਾਂ ਪਰਮ ਪਦ ਦੀ ਪ੍ਰਾਪਤੀ ਹੋਣੀ ਹੈ। ਹੁਕਮ ਦਾ ਬੁੱਝੇ ਹੀ ਨਹੀਂ। ਹੁਕਮ ਬੁੱਝਣ ਵਾਲੇ ਪਾਸੇ ਤਾਂ ਅੱਜ ਸਿੱਖ ਮੱਤ ਵਿੱਚ ਕੋਈ ਜਾ ਹੀ ਨਹੀਂ ਰਿਹਾ। ਜੇ ਜਾਊਗਾ ਤਾਂ ਹੁਕਮ ਬੁੱਝ ਹੋਊਗਾ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਪਾਤਸ਼ਾਹ ਕਹਿੰਦੇ ਸਗੋਂ ਕੀ ਕਰਨ ਲੱਗ ਗਿਆ? ਲਾਲਚ ਕਰਿਆ। ਗੁਰਬਾਣੀ ਪੜ੍ਹ ਕੇ ਵੀ ਲਾਲਚ ਕਰਦਾ ਵੀ ਗੁਰਬਾਣੀ ਪੜ੍ਹਨ ਵਾਲਾ ਐਂ ਹੋ ਜਾਂਦਾ। ਕੀ ਹੁੰਦਾ? ਮਾਇਆ ਚ ਹੁੰਦਾ। ਇਹੀ ਪ੍ਰਚਾਰ ਆ ਸਾਡੇ, ਵਿਚਾਰ ਨਹੀਂ ਹੈ। ਜਦੋਂ ਵਿਚਾਰ ਕਰੋਗੇ ਫਿਰ ਕੁਛ ਹੋਰ ਗੱਲ ਨਿਕਲਦੀ, ਜਦੋਂ ਪ੍ਰਚਾਰ ਕਰਾਂਗੇ ਗੱਲ ਕੁਛ ਹੋਰ ਨਿਕਲਦੀ ਹੈ। ਤਾਂ ਹੀ ਪਾ ਲਾਲਚ ਕਰੈ ਜੀਵਨ ਪਦ ਕਾਰਨ, ਜੀਵਨ ਨੂੰ ਬਚਾਉਣ ਦੇ ਲਈ ਇਹ ਫਿਰ ਲਾਲਚ ਕਰਦਾ। ਲੋਚਨ ਕਛੂ ਨਾ ਸੂਝੈ, ਕਹਿੰਦੇ ਪਰ ਬੁੱਧੀ ਨੂੰ ਕੋਈ ਗੱਲ ਸਮਝ ਹੀ ਨਹੀਂ ਆਉਂਦੀ, ਕਿਉਂਕਿ ਬੁੱਧੀ ਤੇ ਤਾਂ ਕੰਮ ਦੀ ਉਹ ਨਹੀਂ ਗੱਲ। ਲੋਚਨ ਕਛੂ ਨਾ ਸੂਝੈ, ਕੁਛ ਨਹੀਂ ਸੁੱਝਦਾ ਕਹਿੰਦੇ ਇਹਨੂੰ। ਫਿਰ ਕੀ ਹੁੰਦਾ? ਕਹਿੰਦੇ ਥਾਕਾ ਤੇਜ ਉਡਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਕਹਿੰਦੇ ਥਾਕਾ ਤੇਜ, ਕਹਿੰਦੇ ਫਿਰ ਥੱਕ ਜਾਂਦੀ ਹੈ ਬੁੱਧੀ, ਮਨ ਥੱਕ ਜਾਂਦਾ। ਉਡਿਆ ਮਨ, ਫਿਰ ਮਨ ਛੱਡ ਜਾਂਦਾ ਸਰੀਰ ਨੂੰ। ਇੱਥੇ ਮਨ ਦੇ ਨੰਨੇ ਨੂੰ ਔਂਕੜਾ ਭਾਵ ਕੇ ਚਿੱਤ। ਅੱਗੇ ਹੰਸ ਅਕੇਲਾ ਇਕੱਲਾ ਹੀ ਹੋ ਜਾਂਦਾ, ਇੱਕ ਰਹਿ ਜਾਂਦਾ, ਪੰਖੀ ਹੈ, ਉੱਡ ਜਾਂਦਾ। ਘਰ ਆਂਗਨ ਨਾ ਸੁਖਾਈ, ਘਰ ਆਂਗਨ ਨਾ ਤਾਂ ਸੱਚਖੰਡ ਵਾਲੇ ਬਣ ਦਿੰਦੇ ਆ। ਆਂਗਨ ਆ ਸਰੀਰ, ਇਹ ਵਿਹੜਾ, ਉਹ ਘਰ ਹੈ। ਨਾ ਸੁਖਾਈ, ਕਿਤੇ ਵੀ ਸੌਖਾ ਨਹੀਂ। ਘਰ ਵਾਲੇ ਘਰੇ ਨਹੀਂ ਵੜ ਦਿੰਦੇ। ਵਿਹੜੇ ਦੇ ਵਿੱਚ ਧੁੱਪ ਬਹੁਤ ਲੱਗਦੀ ਹੈ, ਵਿਹੜੇ 'ਚ ਖੜਾ ਸਰਦੀ ਬਹੁਤ ਲੱਗਦੀ ਹੈ। ਕੀ ਕਰੇਗਾ? ਆਤਮਾ ਨੂੰ ਜਦੋਂ ਦਰਬਾਰ ਤੋਂ ਅੰਦਰ ਨਹੀਂ ਜਾਣ ਦਿੰਦੇ, ਬਾਹਰ ਹੀ ਮੋੜ ਦਿੰਦੇ ਆ। ਨਾ ਤਾਂ ਛੇਤੀ ਕੀਤਿਆਂ ਕੋਈ ਸਰੀਰ ਮਿਲਦੇ ਆ।
ਫਿਰ ਇੱਥੇ ਉਹਨੂੰ ਇਹਨੂੰ ਸੋਝੀ ਬਹੁਤ ਹੁੰਦੀ ਹੈ ਵੀ ਹੁਣ ਮੈਂ ਸਰੀਰ ਧਾਰੂੰਗੀ ਤਾਂ ਫਿਰ 84 ਫਿਰ ਮੈਨੂੰ ਭੋਗਣੀ ਪੈਣੀ ਹੈ, ਕਦ ਮੇਰੀ ਵਾਰੀ ਆਉਣੀ ਹੈ। 84 ਲੱਖ ਜੂਨ ਸਵਾਈ, ਕੀ ਪਤਾ 84 ਤੋਂ ਵੱਧਦੀ ਹੋਵੇ। ਪਾਤਸ਼ਾਹ ਕਹਿੰਦੇ ਮਾਨੁਖ ਕੋ ਪ੍ਰਭ ਦੀ ਵਡਿਆਈ ਹੈ, ਮਨੁੱਖਾ ਤਨ ਚ ਵਡਿਆਈ ਹੈ। ਇਸ ਪੌੜੀ ਤੇ ਜੋ ਨਰ ਚੁੱਕੈ, ਆਏ ਜਾਏ ਦੁੱਖ ਪਾਇੰਦਾ। ਜਿਹੜਾ ਇੱਥੋਂ ਚੁੱਕ ਗਿਆ ਉਹਨੂੰ ਫਿਰ ਦੁੱਖ ਹੀ ਦੁੱਖ ਹੈ, ਸੁੱਖ ਨਹੀਂ ਹੈ। ਥਾਕਾ ਤੇਜ ਉੱਡਿਆ ਮਨ ਪੰਖੀ, ਮਨ ਉੱਡ ਗਿਆ, ਛੱਡ ਗਿਆ ਸਰੀਰ। ਘਰ ਆਂਗਣ ਨਾ ਸੁਖਾਈ, ਪਾਤਸ਼ਾਹ ਕਹਿੰਦੇ ਕਿਸੇ ਨੇ ਸੁੱਖ ਨਹੀਂ ਦੇਣਾ। ਬੇਣੀ ਕਹਿ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਬੇਣੀ ਜੀ ਪਾਤਸ਼ਾਹ ਕਹਿੰਦੇ ਕਹਿ ਰਹੇ ਨੇ, ਸੁਨੋ ਰੇ ਭਗਤੋ, ਕਹਿੰਦੇ ਉਹ ਭਗਤੋ ਸਾਨੂੰ ਤੁਸੀਂ ਸਾਡੀ ਗੱਲ ਸੁਣੋ, ਕਿ ਜਿਹੜੇ ਆਪਣੇ ਆਪ ਨੂੰ ਭਗਤ ਕਹਾਉਂਦੇ ਸੀ ਇੱਥੇ, ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਸੀ ਇੱਥੇ, ਮਹਾਂਪੁਰਖ ਕਹਾਉਂਦੇ ਆ, ਮਹਾਜੋਗੀ ਕਹਾਉਂਦੇ ਆ, ਪਤਾ ਨਹੀਂ ਕਿਹੜੇ ਕਿਹੜੇ ਵਿਸ਼ਲੇਸ਼ਣ ਸਾਡੇ ਲਾ ਦਿੰਦੇ, ਵਿਦਿਆ ਮਾਰਤੰਡ ਜੀ, ਇਹ ਫਲਾਨਾ ਜੀ, ਇਹ ਤਿਮਕਾ ਜੀ, ਕੱਖ ਨਹੀਂ ਪਤਾ। ਪਾਤਸ਼ਾਹ ਕਹਿੰਦੇ ਮਰਨ ਮੁਕਤ ਕਿਨ ਪਾਈ, ਤੁਸੀਂ ਦੱਸੋ ਵੀ ਤੁਹਾਡੇ ਚੋਂ ਕਿਹਨੇ ਮਰ ਕੇ ਮੁਕਤੀ ਪਾਈ ਹੈ? ਕੋਈ ਹੈ? ਸਾਡੇ ਸਾਹਮਣੇ ਲਿਆਓ, ਨਹੀਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੁਕਤ ਬੱਪੜੀ ਪੀ ਗਿਆਨੀ ਤਿਆਗੈ। ਮੁਕਤੀ ਤੋਂ ਤਾਂ ਬਾਅਦ ਸ਼ੁਰੂ ਹੁੰਦਾ ਭਗਤੀ ਦਾ ਸਫ਼ਰ। ਮੁਕਤੀ ਤਾਂ ਬਹੁਤ ਛੋਟੀ ਗੱਲ ਹੈ। ਸੋ ਪਾਤਸ਼ਾਹ ਕਹਿੰਦੇ ਬੇਣੀ ਕਹਿ ਸੁਣੋ ਰੇ ਭਗਤੋ, ਇਹ ਸੁਣੋ ਭਗਤੋ, ਸੁਣੋ ਸਾਡੀ ਗੱਲ। ਫਿਰ ਵੀ ਦੇਖੋ ਪਿਆਰ ਨਾਲ ਭਗਤ ਕਹਿ ਰਹੇ ਆ। ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਵੀ ਭਾਈ ਹੋ ਤੁਸੀਂ, ਉਹ ਬੁਰਾ ਨਹੀਂ ਕਰਦੇ, ਉਹ ਫਿਰ ਵੀ ਭਾਈ ਕਹਿੰਦੇ ਆ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ। ਦੇਖੋ ਫਿਰ ਵੀ ਭਾਈ ਉਹ ਕਹਿੰਦੇ, ਵਿਛੜ ਚੋਟਾਂ ਖਾਵੇ, ਹੈ ਤੂੰ ਸਾਡਾ ਭਾਈ ਆ, ਫਿਰ ਤੇਰਾ ਨੁਕਸਾਨ ਹੋਊਗਾ। ਸੋ ਮਰਨ ਮੁਕਤੀ ਕਿਨ ਪਾਈ, ਕਹਿੰਦੇ ਕਿਸੇ ਨੇ ਸਰੀਰ ਛੱਡਣ ਤੋਂ ਬਾਅਦ ਮੁਕਤੀ ਨਹੀਂ ਮਿਲਦੀ, ਸਰੀਰ ਦੇ ਅੰਦਰ ਅੰਦਰ ਹੀ ਮੁਕਤੀ ਮਿਲਦੀ ਹੈ। ਮੁਕਤੀ ਮਿਲਦੀ ਹੈ ਔਗਣਾਂ ਤੋਂ, ਔਗਣ ਛੱਡਣੇ ਆ, ਗੁਣ ਧਾਰਨ ਕਰਨੇ ਆ, ਤੇ ਸੱਚਖੰਡ ਵਿੱਚ ਪ੍ਰਵੇਸ਼ ਹੋ ਜਾਣਾ। ਸੋ ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।